ਜਦੋਂ ਗੁਰਬਾਣੀ ਦੀ ਵਿਚਾਰ ਸ਼ੁਰੂ ਕੀਤੀ ਹੈ ਉਸ ਤੋਂ ਗਿਆਨ ਆਉਣਾ ਸ਼ੁਰੂ ਹੋਇਆ ਕਿ ਗੁਰੂ ਜੀ ਸਾਨੂੰ ਕੀ ਕਹਿ ਰਹੇ ਹਨ। ਕਾਲਜ ਵੱਲ ਜਾ ਰਿਹਾ, ਯੂਨੀਵਰਸਿਟੀ ਵੱਲ ਜਾ ਰਿਹਾ, ਪਰ ਉਹ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਜਾਂ ਗੁਰਬਾਣੀ ਦੇ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਬੱਚਿਆਂ ਦਾ ਠੀਕ ਨਹੀਂ ਹੈ, ਸਿੱਖੀ ਵੱਲ ਨਹੀਂ ਆ ਰਹੇ। ਉਹਦਾ ਬੱਚਿਆਂ ਦਾ ਕਸੂਰ ਨਹੀਂ, ਬੱਚਿਆਂ ਦੇ ਮਾਂ-ਪਿਓ ਦਾ ਕਸੂਰ ਆ। ਤੂੰ ਬਹੁਤ ਭਟਕਿਆ ਹੋਇਆ ਗਾ, ਜਨਮਾਂ ਤੋਂ 4 ਯੁੱਗ ਹੋ ਗਏ ਤੈਨੂੰ ਭਟਕੇ ਹੋਏ ਨੂੰ। ਇਹਦਾ ਮਤਲਬ ਜਿਹੜੇ ਸੰਸਕਾਰ ਨੇ ਸਾਨੂੰ ਸਾਡੇ ਵੱਡਿਆਂ ਵਡੇਰਿਆਂ ਤੋਂ ਮਿਲਦੇ। ਗੁਰਬਾਣੀ ਦੇ ਵਿੱਚ ਪਾਵਨ ਫਰਮਾਨ ਹੁੰਦਾ ਨਾ ਕਿ ਬਈਏ ਪੜ੍ਹਿਆ ਪਾਸ। ਇਹਦਾ ਮਤਲਬ ਕੀ ਆ? ਇਹਦਾ ਅਰਥ ਇਹੀ ਆ ਕਿ ਅਸੀਂ ਉਹਨਾਂ ਲੋਕਾਂ ਕੋਲੇ ਬੈਠਣਾ, ਉਹਨਾਂ ਸਤਿਪੁਰਸ਼ਾਂ ਦੇ ਕੋਲੇ ਬੈਠਣਾ, ਉਹਨਾਂ ਲੋਕਾਂ ਦੀ ਕੰਪਨੀ ਨੂੰ ਜੁਆਇਨ ਕਰਨਾ ਜਿਨ੍ਹਾਂ ਕੋਲੇ ਜ਼ਿੰਦਗੀ ਦਾ ਕੋਈ ਤਜਰਬਾ ਹੈ, ਜ਼ਿੰਦਗੀ ਦਾ ਕੋਈ ਅਨੁਭਵ ਹੈ। ਚਾਹੇ ਉਹ ਅਨੁਭਵ ਸਮਾਜਿਕ ਜੀਵਨ ਦੇ ਪਰਿਪੇਖ ਵਿੱਚ ਹੋਵੇ, ਚਾਹੇ ਉਹ ਅਨੁਭਵ ਧਾਰਮਿਕ ਜੀਵਨ ਵਿੱਚ ਦਾ ਹੋਵੇ, ਚਾਹੇ ਉਹ ਵਿਗਿਆਨਕ ਦ੍ਰਿਸ਼ਟੀਕੋਣ ਦਾ ਹੋਵੇ। ਸੋ ਬਈਏ ਪੜ੍ਹਿਆ ਪਾਸ ਦੇ ਇਸ ਲੜੀਵਾਰ ਤਹਿਤ ਅਸੀਂ ਅੱਜ ਤੁਹਾਡੇ ਨਾਲ, ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਗੁਰਚਰਨ ਸਿੰਘ ਗਿੱਲ, ਜਿਹੜੇ ਕਿ ਅਮਰੀਕਾ ਤੋਂ ਬਿਲੋਂਗ ਕਰਦੇ ਨੇ, ਅਮਰੀਕਾ ਦੇ ਵਾਸੀ ਨੇ, ਉਹਨਾਂ ਦੇ ਨਾਲ ਆਪ ਜੀ ਨੂੰ ਰੂਬਰੂ ਕਰਾਂਗੇ। ਔਰ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਰਦਾਰ ਗੁਰਚਰਨ ਸਿੰਘ ਜੀ ਲੰਮੇ ਸਮੇਂ ਤੋਂ ਆਪਣੇ ਜੀਵਨ ਦੇ ਜੋ ਇਹਨਾਂ ਨੇ ਅਨੁਭਵ ਕੀਤੇ ਨੇ, ਜੋ ਇਹਨਾਂ ਨੇ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਕੀਤੀਆਂ ਨੇ, ਜਾਂ ਜੋ ਵੀ ਇਹਨਾਂ ਨੇ ਆਪਣੇ ਜੀਵਨ ਵਿੱਚ ਸੰਘਰਸ਼ ਕੀਤਾ ਹੈ, ਜਾਂ ਜੋ ਵੀ ਅੱਜ ਅਜੋਕੇ ਸਮੇਂ 'ਚ ਸਾਡੇ ਸਮਾਜ ਵਿੱਚ ਵਰਤ ਰਿਹਾ ਹੈ, ਉਹਦੇ ਬਾਰੇ ਇਹਨਾਂ ਦਾ ਕੀ ਨਜ਼ਰੀਆ ਹੈ। ਸੋ ਆਪਾਂ ਉਹਨਾਂ ਦਾ ਨਜ਼ਰੀਆ ਜਾਣਨ ਵਾਸਤੇ ਅੱਜ ਉਹਨਾਂ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਪਾਉਂਦੇ ਹਾਂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਚਰਨ ਸਿੰਘ ਗਿੱਲ ਜੀ, ਆਪ ਜੀ ਦਾ ਸਾਡੇ ਇਸ ਪ੍ਰੋਗਰਾਮ ਬਈਏ ਪੜ੍ਹਿਆ ਪਾਸ ਵਿੱਚ ਸਵਾਗਤ ਹੈ। ਸੋ ਅਸੀਂ ਅੱਜ ਤੁਹਾਡੇ ਕੋਲੋਂ ਤੁਹਾਡੇ ਜੀਵਨ ਦੇ ਅਨੁਭਵ ਨੂੰ ਗ੍ਰਹਿਣ ਕਰਨ ਆਏ ਹਾਂ, ਸਿੱਖਣ ਆਏ ਹਾਂ। ਔਰ ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਤੁਸੀਂ ਆਪਣੀ ਜ਼ਿੰਦਗੀ 'ਚੋਂ ਸਿੱਖਿਆ, ਜੋ ਕੁਝ ਤੁਸੀਂ ਆਪਣੀ ਜ਼ਿੰਦਗੀ ਦੇ ਫਲਸਫੇ ਦੇ ਵਿੱਚ ਹੰਢਾਇਆ, ਉਹ ਸਾਡੇ ਨਾਲ ਸਾਂਝਾ ਕਰੋ। ਔਰ ਉਸ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਅਸੀਂ ਕੁਝ ਸਿੱਖ ਕੇ, ਜਾਂ ਸਾਡੇ ਦਰਸ਼ਕ ਕੁਝ ਸਿੱਖ ਕੇ ਆਪਣੇ ਜੀਵਨ ਨੂੰ ਉਸ ਰੂਪ ਵਿੱਚ ਢਾਲ ਲੈਣ ਜਿਸ ਰੂਪ ਦੇ ਵਿੱਚ ਸਾਨੂੰ ਕੁਝ ਸੁਚੱਜਾ ਤੇ ਆਦਰਸ਼ਕ ਸਿਰਜਣ ਦਾ ਮੌਕਾ ਮਿਲੇ। ਸੋ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਤੁਹਾਨੂੰ ਇਹੀ ਹੈ ਕਿ ਥੋੜ੍ਹਾ ਜਿਹਾ ਤੁਸੀਂ ਆਪਣੇ ਜੀਵਨ ਦੇ ਪਿਛੋਕੜ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੋ, ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਜਾਏ ਕਿ ਤੁਹਾਡੇ ਜੀਵਨ ਦਾ ਪਿਛੋਕੜ ਕੀ ਸੀਗਾ। ਹਾਂਜੀ, ਧੰਨਵਾਦ ਜੀ। ਹਾਂਜੀ, ਮੇਰਾ ਪਿੰਡ ਅਚਰਵਾਲ ਆ ਔਰ ਮੈਂ ਵਿਲੇਜ ਪੇਂਡੂ ਬੈਕਗਰਾਊਂਡ ਹੋਣ ਕਰਕੇ ਬੜੀ ਪ੍ਰੋਬਲਮ ਆਈ ਮੈਨੂੰ ਪੜ੍ਹਾਈ ਦੇ ਵਿੱਚ ਵੀ। ਸਭ ਤੋਂ ਪਹਿਲਾਂ ਪ੍ਰੀ ਇੰਜੀਨੀਅਰਿੰਗ ਮੈਂ ਜਗਰਾਵਾਂ ਤੋਂ ਕੀਤੀ, DAV ਕਾਲਜ। ਉਦੋਂ ਸੀਗਾ ਇਹ ਲਾਜਪਤ ਰਾਏ ਮੈਮੋਰੀਅਲ ਕਾਲਜ। ਉਸ ਤੋਂ ਬਾਅਦ ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਕੀਤੀ, ਮਕੈਨੀਕਲ ਇੰਜੀਨੀਅਰਿੰਗ ਦੀ ਕੀਤੀ 1971 ਦੇ ਵਿੱਚ। ਉਸ ਟਾਈਮ ਅਨਪਲਾਇਡ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ, ਬੇਰੁਜ਼ਗਾਰੀ ਬਹੁਤ ਜ਼ਿਆਦਾ ਸੀ, ਜੋਬ ਬੜੀ ਮੁਸ਼ਕਿਲ ਨਾਲ ਮਿਲਦੀ ਸੀ। ਅਤੇ ਮੈਂ ਟੈਲੀਕਾਮ ਡਿਪਾਰਟਮੈਂਟ ਜੂਨੀਅਰ ਇੰਜੀਨੀਅਰ ਭਰਤੀ ਹੋਇਆ। ਉਸ ਤੋਂ ਬਾਅਦ ਕਿਉਂਕਿ ਮੇਰੀ ਜਿਹੜੀ ਕੁਆਲੀਫਿਕੇਸ਼ਨ ਸੀਗੀ ਉਹ BE ਮਕੈਨੀਕਲ ਜ਼ਿਆਦਾ ਸੀ ਅਤੇ ਜੋਬ ਮੈਨੂੰ ਛੋਟੀ ਸੀ। ਫਿਰ ਮੈਨੂੰ ਸੰਘਰਸ਼ ਕਰਨਾ ਪਿਆ। ਫਿਰ ਮੈਂ ਇੱਕ ਹੋਰ ਡਿਗਰੀ ਕੀਤੀ, ਬੈਚਲਰ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ। ਉਸ ਤੋਂ ਬਾਅਦ ਮੈਂ ਇੱਕ ਹੋਰ ਡਿਗਰੀ ਕੀਤੀ, ਬੈਚਲਰ ਆਫ ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ। ਉਸ ਤੋਂ ਬਾਅਦ ਫਿਰ 1980 ਦੇ ਵਿੱਚ ਮੈਂ ਜੂਨੀਅਰ ਪਬਲਿਕ ਸਰਵਿਸ ਕਮਿਸ਼ਨ ਦੀ ਇੰਜੀਨੀਅਰਿੰਗ ਸਰਵਿਸਿਜ਼ ਦੇ ਵਿੱਚੋਂ
ਮੈਂ ਪਾਸ ਹੋਇਆ ਇੰਡੀਅਨ ਇੰਜੀਨੀਅਰਿੰਗ ਸਰਵਿਸ ਦੇ ਵਿੱਚ। ਫਿਰ ਮੈਂ ਗਰੁੱਪ ਏ ਪੋਸਟ ਦੇ ਵਿੱਚ ਟੈਲੀਕਾਮ ਡਿਪਾਰਟਮੈਂਟ 'ਚ ਆਇਆ ਔਰ ਉੱਥੇ 30 ਸਾਲ ਦੇ ਕਰੀਬ ਮੈਂ ਗਰੁੱਪ ਏ ਪਹਿਲਾਂ ਅਸਿਸਟੈਂਟ ਡਿਵੀਜ਼ਨ ਇੰਜੀਨੀਅਰ, ਫਿਰ ਡਿਵੀਜ਼ਨਲ ਇੰਜੀਨੀਅਰ ਟੈਲੀਕਾਮ, ਫਿਰ ਮੈਂ ਆਇਆ ਟੈਲੀਕਾਮ ਡਿਸਟ੍ਰਿਕਟ ਮੈਨੇਜਰ, ਫਿਰ ਜਨਰਲ ਮੈਨੇਜਰ ਟੈਲੀਕਾਮ ਜੋ ਸੈਕਟਰੀ ਲੈਵਲ ਦੀ ਪੋਸਟ ਆ। ਉਹਦੇ ਤੋਂ ਮੈਂ 2009 ਦੇ ਵਿੱਚ ਰਿਟਾਇਰ ਹੋਇਆ। ਉਸ ਤੋਂ ਬਾਅਦ ਮੇਰੇ ਬੱਚੇ USA ਸੀ, ਮੈਂ ਉੱਥੇ ਚਲਾ ਗਿਆ। ਮੇਰੇ ਵਾਸਤੇ ਤਾਂ ਕੁਛ ਬਹੁਤਾ ਕੰਮ ਕਰਨ ਵਾਸਤੇ ਨਹੀਂ ਸੀਗਾ। ਫਿਰ ਮੈਂ ਅੱਜ ਤੋਂ ਕੋਈ 4 ਸਾਲ ਪਹਿਲਾਂ ਮੈਨੂੰ ਮੌਕਾ ਮਿਲਿਆ, ਸਰਦਾਰ ਹਰਿੰਦਰ ਸਿੰਘ ਨਿੱਜਰ ਟੰਟੋ ਵਾਲੇ, ਉਹ ਗੁਰਬਾਣੀ ਦੀ ਵਿਚਾਰ ਕਰਦੇ ਹੁੰਦੇ ਸੀਗੇ ਅਤੇ ਅਸੀਂ ਕੁਛ ਗਰੁੱਪ ਜਿਹੜੇ ਇੰਟਰਸਟਡ ਸੀਗੇ, ਅਸੀਂ ਗੁਰਬਾਣੀ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਸ਼ੁਰੂ ਕੀਤੀ ਔਰ ਉਸ ਨੂੰ ਪਹਿਲੀ ਵਾਰ ਸਾਨੂੰ 1.5 ਸਾਲ ਲੱਗ ਗਿਆ। ਹੁਣ ਅਸੀਂ ਦੁਬਾਰਾ ਉਸ ਦੀ ਵਿਚਾਰ ਕਰ ਰਹੇ ਹਾਂ, ਲੜੀਵਾਰ ਤੁਕ ਵਾਈਜ਼। ਉਹਦੇ ਨਾਲ ਸਾਨੂੰ ਬੜਾ ਕਲੀਅਰ ਹੋਇਆ ਗੁਰਬਾਣੀ ਦਾ ਕਿ ਗੁਰਬਾਣੀ ਦਾ ਮੈਸੇਜ ਕੀ ਹੈ। ਹਾਂਜੀ, ਮੈਂ ਰੁਕ ਕੇ ਇੱਥੇ ਇੱਕ ਇਹਨਾਂ ਦੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ। ਜਿੱਦਾਂ ਕਿ ਇਹ ਹਾਈਲੀ ਕੁਆਲੀਫਾਈਡ ਨੇ, ਬਹੁਤ ਉਚੇਰੀ ਵਿੱਦਿਆ ਇਹਨਾਂ ਨੇ ਪ੍ਰਾਪਤ ਕੀਤੀ ਆ, ਪਰ ਦੇਖੋ ਇਹਨਾਂ ਜੀਵਨ ਵਿੱਚ ਇਹਨਾਂ ਨੇ ਜਿਹੜਾ ਐਜੂਕੇਸ਼ਨਲ ਸਟਰਗਲ ਸੀ, ਇੰਨਾ ਕੁ ਵਿਦਿਅਕ ਸੰਘਰਸ਼ ਇਹਨਾਂ ਨੇ ਕੀਤਾ ਤੇ ਉਸ ਤੋਂ ਉਪਰੰਤ ਇਹ ਆਪਣੇ ਵਿਰਸੇ ਤੇ ਆਪਣੀ ਗੁਰਬਾਣੀ ਦੇ ਨਾਲ ਜੁੜੇ। ਔਰ ਮੈਂ ਇਹ ਗੱਲ ਦਰਸ਼ਕਾਂ ਨੂੰ ਦੱਸ ਦੇਣੀ ਚਾਹੁੰਦਾ, ਟੈਲੀਕਾਮ ਕੰਪਨੀ ਦੇ ਵਿੱਚ ਐਜ਼ ਅ ਜਨਰਲ ਮੈਨੇਜਰ ਦੇ ਤੌਰ ਤੇ ਇਹਨਾਂ ਨੇ ਬਤੌਰ ਸੇਵਾ ਨਿਭਾਈ ਹੈ, ਪਰੰਤੂ ਨਾਲ ਨਾਲ ਜਿਹੜੀਆਂ ਇਹਨਾਂ ਦੀਆਂ ਕੌਮੀ ਸੇਵਾਵਾਂ ਸਨ ਉਹਨਾਂ ਨੂੰ ਵੀ ਜਾਰੀ ਰੱਖਦਿਆਂ ਹੋਇਆਂ ਆਪਣੇ ਵਿਰਸੇ ਦੇ ਨਾਲ, ਸਿੱਖੀ ਸਰੂਪ ਦੇ ਨਾਲ ਤੇ ਗੁਰਬਾਣੀ ਦੇ ਨਾਲ ਜੁੜੇ ਨੇ। ਸੋ ਜਿਸ ਤਰ੍ਹਾਂ ਕਿ ਇਹਨਾਂ ਨੇ ਥੋੜਾ ਜਿਹਾ ਸੰਖੇਪ ਵਿੱਚ ਆਪਣੇ ਜੀਵਨ ਦਾ ਜੋ ਅਨੁਭਵ ਸੀ ਜਾਂ ਆਪਣੇ ਜੀਵਨ, ਆਪਣੇ ਪਿਛੋਕੜ ਦੇ ਬਾਰੇ ਸਾਨੂੰ ਪੰਛੀ ਝਾਤ ਮਰਵਾਈ ਹੈ, ਸੋ ਉਹਦੇ ਨਾਲ ਨਾਲ ਮੈਂ ਗੱਲ ਜ਼ਰੂਰ ਦੱਸ ਦੇਵਾਂ ਕਿ ਗਿੱਲ ਸਾਹਿਬ ਨਾਲ ਦੀ ਨਾਲ ਸਿੱਖ ਸਾਹਿਤ, ਖਾਸ ਕਰਕੇ ਗੁਰਬਾਣੀ ਦੇ ਉੱਤੇ ਜਿਹੜਾ ਸਾਡਾ ਸਿੱਖ ਲਿਟਰੇਚਰ ਦਾ ਜਿਹੜਾ ਫੀਲਡ ਹੈ ਉਹਦੇ ਵਿੱਚ ਵੀ ਇਹ ਕਾਫੀ ਰੁਚੀ ਰੱਖਦੇ ਨੇ ਤੇ ਆਪਣੇ ਕਾਫੀ ਕਿਰਿਆਵਾਂ ਸਿੱਖ ਸਾਹਿਤ ਭਾਵ ਕਿ ਗੁਰਬਾਣੀ ਦੇ ਉੱਤੇ, ਗੁਰਬਾਣੀ ਵਿਆਖਿਆ ਦੇ ਉੱਤੇ ਵੀ ਇਹ ਕਾਰਜ ਕਰ ਰਹੇ ਹਨ। ਸੋ ਹੁਣ ਅਸੀਂ ਇਹਨਾਂ ਨੂੰ ਇਹੀ ਸਵਾਲ ਕਰਾਂਗੇ ਕਿ ਗਿੱਲ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਟੈਲੀਕਾਮ ਫੀਲਡ ਦੇ ਨਾਲ, ਤੁਸੀਂ ਜਿਹੜੇ ਟੈਕਨੀਕਲ ਜਿਹੜਾ ਫੀਲਡ ਆ ਤੁਸੀਂ ਉਹਦੇ ਨਾਲ ਜੁੜੇ ਹੋਏ ਸੀਗੇ, ਦੂਜੇ ਨੰਬਰ ਦੇ ਉੱਤੇ ਪਹਿਲਾ ਰੂਪ ਤੁਹਾਡਾ ਇਹ ਆ ਕਿ ਤੁਸੀਂ ਪ੍ਰੋਫੈਸ਼ਨਲੀ ਟੈਲੀਕਾਮ ਫੀਲਡ ਦੇ ਨਾਲ ਜੁੜੇ ਹੋਏ ਸੀ। ਨੰਬਰ 2 ਦੇ ਉੱਤੇ ਤੁਸੀਂ ਸਾਨੂੰ ਇਹ ਗੱਲ ਦੱਸੀ ਹੈ ਕਿ ਤੁਸੀਂ ਗੁਰਬਾਣੀ ਜਾਂ ਸਿੱਖੀ ਦੇ ਨਾਲ ਵੀ, ਤੁਸੀਂ ਜਿਹੜਾ ਸਾਡਾ ਸਿੱਖ ਕਲਚਰ ਆ ਉਹਦੇ ਨਾਲ ਵੀ ਤੁਸੀਂ ਜੁੜੇ ਹੋਏ ਹੋ। ਹੁਣ ਮੇਰਾ ਸਵਾਲ ਤੁਹਾਨੂੰ ਇਹ ਆ ਕਿ ਤੁਸੀਂ ਸਿੱਖੀ ਦੇ ਨਾਲ ਜੁੜੇ, ਤੁਸੀਂ ਆਪਣੇ ਸਿੱਖ ਕਲਚਰ ਦੇ ਨਾਲ ਅਟੈਚ ਹੋਏ ਤੇ ਸਿੱਖ ਕਲਚਰ ਦੇ ਨਾਲ ਅਟੈਚ ਹੋ ਕੇ ਤੁਸੀਂ ਕਿਹੜੀਆਂ ਸੇਵਾਵਾਂ ਇਸ ਟਾਈਮ ਸਿੱਖ ਕੌਮ ਜਾਂ ਸਿੱਖ ਕਲਚਰ ਦੀ ਖਾਤਰ ਤੁਸੀਂ ਨਿਭਾ ਰਹੇ ਹੋ? ਹਾਂਜੀ, ਇਹ ਸਿੱਖ ਕੌਮ ਜਾਂ ਸਿੱਖ ਕਲਚਰ ਨਾਲ ਤਾਂ ਜਨਮ ਤੋਂ ਹੀ ਜੁੜੇ ਹੋਏ ਹਾਂ, ਲੇਕਿਨ ਬਚਪਨ ਤੋਂ ਲੈ ਕੇ ਜੋ ਸਾਨੂੰ ਦੱਸਿਆ ਜਾ ਰਿਹਾ ਸੀਗਾ ਉਹਦੇ ਹਿਸਾਬ ਨਾਲ ਗੁਰਦੁਆਰੇ ਜਾਣਾ, ਪਾਠ ਕਰਨਾ ਔਰ ਲਗਭਗ 3 ਸਾਲ ਤੱਕ ਸਾਰੀਆਂ ਬਾਣੀਆਂ ਦਾ, ਪੰਜੇ ਬਾਣੀਆਂ ਦਾ ਪਾਠ ਜ਼ੁਬਾਨੀ ਕਰਨਾ, ਸੁਖਮਨੀ ਸਾਹਿਬ ਜ਼ੁਬਾਨੀ ਕਰਨਾ। ਲੇਕਿਨ ਉਹ ਸਿਰਫ ਪੜ੍ਹਦੇ ਸੀਗੇ, ਉਹਦੇ ਨਾਲ ਜੀਵਨ 'ਚ ਤਬਦੀਲੀ ਨਹੀਂ ਸੀ ਆਉਂਦੀ ਕੋਈ। ਲੇਕਿਨ ਹੁਣ ਪਿਛਲੇ 4 ਸਾਲ ਤੋਂ ਜਦੋਂ ਗੁਰਬਾਣੀ ਦੀ ਵਿਚਾਰ ਸ਼ੁਰੂ ਕੀਤੀ ਹੈ, ਉਸ ਤੋਂ ਗਿਆਨ ਆਉਣਾ ਸ਼ੁਰੂ ਹੋਇਆ ਕਿ ਗੁਰੂ ਜੀ ਸਾਨੂੰ ਕੀ ਕਹਿ ਰਹੇ ਹਨ। ਉਹ ਜੋ ਕੁਝ ਕਹਿ ਰਹੇ ਹਨ, ਜੋ ਗਿਆਨ ਹੋਇਆ, ਉਹ ਸਾਰਾ ਕੁਝ ਹੀ ਇੱਕ ਕ੍ਰਾਂਤੀਕਾਰੀ ਗਿਆਨ ਹੈ ਜਿਹੜਾ ਕਿ ਆਮ ਸਿੱਖ ਜਗਤ ਉਹਦੇ ਵੱਲ ਧਿਆਨ ਨਹੀਂ ਦਿੰਦਾ। ਮੈਂ ਰੁਕ ਕੇ ਤੁਹਾਨੂੰ ਇੱਕ ਹੋਰ ਸਵਾਲ ਕਰਨਾ ਚਾਹੁੰਦਾ, ਜਿਵੇਂ ਕਿ ਜਿਹੜਾ ਸਾਡਾ ਅੱਜ ਦਾ ਨੌਜਵਾਨ ਹੈ ਉਹ ਇਹ ਗੱਲ ਸੋਚਦਾ ਕਿ ਮੈਂ ਕਾਲਜ ਜਾਵਾਂ, ਯੂਨੀਵਰਸਿਟੀ ਜਾਵਾਂ, ਉੱਥੇ ਜਾ ਕੇ ਕੁਆਲੀਫਿਕੇਸ਼ਨ ਕੋਈ ਨਾ ਕੋਈ ਪੜ੍ਹਾਈ ਕਰਾਂ, ਕੋਈ ਨਾ ਕੋਈ ਵਿਦਿਅਕ ਖੇਤਰ ਦੇ ਵਿੱਚ ਕੁਛ ਨਾ ਕੁਛ ਪ੍ਰਾਪਤੀ ਕਰਾਂ, ਪਰ ਉਹ ਕਾਲਜ ਵੱਲ ਜਾ ਰਿਹਾ, ਯੂਨੀਵਰਸਿਟੀ ਵੱਲ ਜਾ ਰਿਹਾ, ਪਰ ਉਹ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਜਾਂ ਗੁਰਬਾਣੀ ਦੇ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਕੀ ਤੁਹਾਨੂੰ ਲੱਗ ਰਿਹਾ ਕਿ ਸਾਡੇ ਸਮਾਜ ਦਾ, ਸਾਡੀ ਸਿੱਖ ਕੌਮ ਦਾ ਆਧਾਰ ਕੇਵਲ
ਕਾਲਜ ਯੂਨੀਵਰਸਿਟੀ ਵਿੱਚ ਪੜ੍ਹ ਕੇ ਹੀ ਹੋ ਜਾਵੇਗਾ, ਜਾਂ ਫਿਰ ਉਹਨੂੰ ਕਾਲਜ ਤੇ ਯੂਨੀਵਰਸਿਟੀ ਦੀ ਪੜ੍ਹਾਈ ਦੇ ਨਾਲ ਨਾਲ ਆਪਣੀ ਗੁਰਬਾਣੀ ਦੇ ਪ੍ਰਤੀ ਵੀ ਉਹਨਾਂ ਦੀ ਸਮਝ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਹੋਣੀ ਲਾਜ਼ਮੀ ਆ। ਦੇਖੋ, ਜਿਹੜਾ ਯੂਨੀਵਰਸਿਟੀ ਜਾਂ ਕਾਲਜਾਂ ਵਿੱਚ ਜਾਣਾ, ਉਹ ਪੜ੍ਹਾਈ ਸਾਡਾ ਰੋਜੀ ਰੋਟੀ ਦੇ ਵਾਸਤੇ ਅਸੀਂ ਜਾਣਾ ਕਰਨੀ ਆ, ਉਹਦੇ ਵਾਸਤੇ ਆ। ਲੇਕਿਨ ਮੇਨ ਜੋ ਸਾਡਾ ਮੁੱਦਾ ਹੈ, ਜਿਸ ਵਾਸਤੇ ਅਸੀਂ ਜਨਮ ਲਿਆ, ਸਾਡਾ ਮਨੁੱਖਾ ਜਨਮ ਦਾ ਮਤਲਬ ਹੀ ਇਹੀ ਆ ਕਿ ਅਸੀਂ ਗੁਰੂ ਦੇ ਗਿਆਨ 'ਤੇ ਚੱਲ ਕੇ, ਪ੍ਰਮਾਤਮਾ ਨੇ ਜੋ ਸਾਨੂੰ ਗਿਆਨ ਦਿੱਤਾ ਹੈ, ਸਾਨੂੰ ਬੁੱਧੀ ਦਿੱਤੀ ਹੈ, ਅਕਲ ਦਿੱਤੀ ਹੈ, ਉਹ ਇਸੇ ਕਰਕੇ ਹੀ ਦਿੱਤੀ ਹੈ ਕਿ ਜੋ ਮੈਂ ਉਪਦੇਸ਼ ਦਿੱਤਾ ਹੈ, ਉਪਦੇਸ਼ 'ਤੇ ਚੱਲ ਕੇ ਤੇ ਤੂੰ ਜਿੱਥੋਂ ਚੱਲਿਆ ਆਪਦਾ ਮੂਲ, ਤੂੰ ਆਪਣਾ ਮੂਲ ਪਛਾਣਨਾ ਹੈਗਾ। ਜੋ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਬਹੁਤ ਭਟਕਿਆ ਹੋਇਆਗਾ, ਜਨਮਾਂ ਜਨਮਾਂ ਤੋਂ 4 ਯੁੱਗ ਹੋ ਗਏ ਤੈਨੂੰ ਭਟਕੇ ਹੋਏ ਨੂੰ। ਤੈਨੂੰ ਇਸੇ ਕਰਕੇ ਹੀ ਮਨੁੱਖਾ ਜਨਮ ਮਿਲਿਆ ਹੈ ਕਿ ਤੂੰ ਨਾਮ ਦੀ ਕਮਾਈ ਕਰਕੇ ਮੇਰੇ ਨਾਲ ਤੂੰ ਜੁੜਨਾ ਹੈ, ਮੇਰੇ ਨਾਲ ਹੀ ਹੋ ਕੇ ਤੂੰ ਮੇਰੇ ਵਰਗਾ ਹੀ ਹੋਣਾ ਹੈ। ਇਸੇ ਕਰਕੇ ਤੈਨੂੰ ਜਨਮ ਦਿੱਤਾ। ਲੇਕਿਨ ਜਿਹੜੇ ਬੱਚੇ ਅੱਜ ਕੱਲ੍ਹ, ਜਿਵੇਂ ਤੁਸੀਂ ਪੁੱਛਿਆ ਹੈ ਕਿ ਬੱਚਿਆਂ ਦਾ ਠੀਕ ਨਹੀਂ ਹੈ, ਸਿੱਖੀ ਵੱਲ ਨਹੀਂ ਆ ਰਹੇ, ਉਹਦਾ ਬੱਚਿਆਂ ਦਾ ਕਸੂਰ ਨਹੀਂ, ਬੱਚਿਆਂ ਦੇ ਮਾਂ ਪਿਓ ਦਾ ਕਸੂਰ ਆ। ਬੱਚਿਆਂ ਦੇ ਮਾਂ ਪਿਓ ਕਿੱਧਰ ਜਾ ਰਹੇ ਆ? ਜਦੋਂ ਉਹੀ ਨਹੀਂ ਸਿੱਖੀ ਵਿੱਚ ਲੱਗੇਗੇ ਤੇ ਬੱਚਿਆਂ ਨੂੰ ਉਹਨਾਂ ਨੇ ਫਿਰ ਕੀ ਦੇਣਾਗਾ? ਇਹ ਐਜੂਕੇਸ਼ਨ ਆ ਜਿਹੜੀ, ਉਹ ਮਾਂ ਪਿਓ ਤੋਂ ਹੀ ਸਟਾਰਟ ਹੁੰਦੀ ਆ। ਸਭ ਤੋਂ ਪਹਿਲਾ ਟੀਚਰ ਤੁਹਾਡੀ ਮਾਂ ਤੇ ਪਿਓ ਹੀ ਹੈ। ਜਾਣੀ ਕਿ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜੇਕਰ ਇੱਕ ਪਿਤਾ ਆਪਣੇ ਪੁੱਤਰ ਦੇ ਸਾਹਮਣੇ ਬੈਠ ਕੇ ਸ਼ਰਾਬ ਦਾ ਪੈਗ ਪੀ ਰਿਹਾ ਹੋਵੇਗਾ ਤੇ ਆਪਣੇ ਬੱਚੇ ਨੂੰ ਕਦੇ ਨਹੀਂ ਕਹਿ ਸਕਦਾ ਵੀ ਤੂੰ ਸ਼ਰਾਬ ਨਾ ਪੀ। ਬਿਲਕੁਲ। ਇਹਦਾ ਮਤਲਬ ਜਿਹੜੇ ਸੰਸਕਾਰ ਨੇ ਸਾਨੂੰ ਸਾਡੇ ਵੱਡਿਆਂ ਵਡੇਰਿਆਂ ਤੋਂ ਮਿਲਣੇ ਨੇ। ਬਿਲਕੁਲ। ਬੱਚਾ ਜਿਹੜਾ ਦੇਖੋ, ਜਦੋਂ ਜਨਮ ਲੈਂਦਾ ਹੈ ਇਸ ਦੁਨੀਆ ਦੇ ਵਿੱਚ, ਮਾਂ ਦੇ ਪੇਟ ਚੋਂ ਆਉਂਦਾ ਹੈਗਾ, ਉਹ ਪ੍ਰਭੂ ਕੋਲੋਂ ਆਉਂਦਾ, ਪ੍ਰਭੂ ਵਰਗਾ ਹੀ ਹੁੰਦਾ ਗਾ। ਭੋਲਾ ਭਾਲਾ ਹੈ, ਉਹਨੂੰ ਦੇਖੋ ਸਾਰੇ ਵੀ, ਹਰੇਕ ਬੰਦਾ ਚੱਕਣ ਦੀ ਕੋਸ਼ਿਸ਼ ਕਰਦਾ, ਬੱਚਾ ਤੇ ਕਿਸੇ ਦਾ ਵੀ ਹੋਵੇ। ਉਹ ਕਿਉਂ? ਕਿਉਂਕਿ ਭੋਲਾ ਭਾਲਾ ਹੈ, ਉਹ ਪ੍ਰਭੂ ਦਾ ਹੀ ਰੂਪ ਹੈ। ਉਸ ਤੋਂ ਬਾਅਦ ਉਹ ਜਦੋਂ ਜ਼ਿੰਦਗੀ 'ਚ ਆਇਆ, ਉਹਨੂੰ ਜਿਸ ਤਰ੍ਹਾਂ ਦੇ ਸੰਸਕਾਰ ਮਿਲਣਗੇ, ਜਿਸ ਤਰ੍ਹਾਂ ਦੀ ਸੰਗਤ ਮਿਲੂਗੀ, ਜਿਸ ਤਰ੍ਹਾਂ ਦੀ ਉਹ ਬੋਲੀ ਸਿੱਖੂਗਾ, ਉਹ ਸਮਾਜ 'ਤੇ ਡਿਪੈਂਡ ਕਰਦਾ ਕਿ ਉਹਦਾ ਅਗਲਾ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ। ਤੇ ਤੁਹਾਡੇ ਅਕੋਰਡਿੰਗ ਅਸੀਂ ਇਹ ਜਾਣਨਾ ਚਾਹੁੰਦੇ ਹਾਂ, ਕਿਉਂਕਿ ਸਾਡਾ ਪ੍ਰੋਗਰਾਮ ਦਾ ਨਾਮ ਹੀ ਬਈਏ ਪੜਿਆ ਪਾਸ, ਅਨੁਭਵੀ ਇਨਸਾਨਾਂ ਕੋਲੇ, ਅਨੁਭਵੀ ਪੁਰਸ਼ਾਂ ਕੋਲੋਂ ਬੈਠ ਕੇ ਜ਼ਿੰਦਗੀ ਦੇ ਤਜਰਬੇ ਨੂੰ ਹਾਸਲ ਕਰਨਾ ਹੈ। ਅਸੀਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦੇ ਹਾਂ, ਜੋ ਤੁਹਾਡੇ ਜੀਵਨ ਦਾ ਅਨੁਭਵ ਹੈ, ਜੋ ਤੁਸੀਂ ਆਪਣੇ ਅੰਦਰੋਂ ਸਪਿਰਚੁਅਲੀ, ਰੂਹਾਨੀਅਤ ਦੇ ਤੌਰ ਤੇ ਸਿੱਖਿਆ, ਤੁਹਾਡੇ ਮੁਤਾਬਕ ਗੁਰਬਾਣੀ ਦਾ ਅਸਲੀ ਮਨੋਰਥ ਕੀ ਹੈ? ਗੁਰਬਾਣੀ ਦਾ ਮਨੋਰਥ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਜੀਵਨ ਮਨੋਰਥ ਹੈਗਾ, ਮਨੁੱਖਾ ਜਨਮ ਦਾ ਹੀ ਮਨੋਰਥ ਆ। ਗੁਰਬਾਣੀ ਦਾ ਵੀ ਇਹੀ ਮਨੋਰਥ ਆ ਕਿ ਤੁਸੀਂ ਪਰਮਾਤਮਾ ਦੇ ਨਾਲ ਮਿਲਣਾ ਹੈ, ਵਾਪਸ ਉੱਥੇ ਜਾਣਾ ਹੈ। ਜੋ ਗੁਰਬਾਣੀ ਹੈ ਉਹ ਕਮੈਂਟਰੀ ਆ, ਰਨਿੰਗ ਕਮੈਂਟਰੀ ਆ ਪਰਮਾਤਮਾ ਦੀ ਆਪਣੀ। ਗੁਰੂ ਪਰਮਾਤਮਾ, ਬਾਣੀ ਉਹਦੀ ਬੋਲੀ। ਇਹ ਜੋ ਗੁਰੂ ਕਹਿ ਰਿਹਾ, ਅਗਰ ਅਸੀਂ ਉਹੀ ਕਹੀ ਜਾਵਾਂਗੇ ਤਾਂ ਤੁਸੀਂ ਕੁਝ ਵੀ ਨਹੀਂ ਸਿੱਖਿਆ। ਗੁਰੂ ਹੁਕਮ ਦੇ ਰਿਹਾ, ਗੁਰਬਾਣੀ ਹੁਕਮ ਆ ਤੁਹਾਨੂੰ ਕੁਝ ਕਮਾਈ ਕਰਨ ਵਾਸਤੇ, ਕੁਝ ਅਮਲ ਵਾਸਤੇ ਕਹਿ ਰਹੀ ਆ। ਅਸੀਂ ਗੁਰਬਾਣੀ ਦੇ ਗਿਆਨ ਦੇ ਅਨੁਸਾਰ ਜੋ ਸਾਨੂੰ ਗੁਰੂ ਕਹਿ ਰਿਹਾ, ਅਸੀਂ ਉਹ ਉੱਤੇ ਅਮਲ ਕਰਨਾ ਔਰ ਉਹਦਾ ਹੁਕਮ ਮੰਨਣਾ। ਸਾਡਾ ਮਤਲਬ ਵੀ ਇਹੀ ਹੈ ਕਿ ਉਹਦਾ ਹੁਕਮ ਮੰਨੀਏ। ਹਾਂਜੀ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਆਉਂਦੀ ਆ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹੜਾ ਇਨਸਾਨ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਦਾ ਹੈ, ਉਹੀ ਆਪਣੇ ਜੀਵਨ ਨੂੰ ਸਫਲ ਕਰਦਾ ਹੈ। ਪਰ ਅੱਜ ਆਪਾਂ ਜੇ ਦੇਖੀਏ, ਸਾਡੇ ਸਮਾਜ ਵਿੱਚ, ਸਿੱਖ ਸਮਾਜ ਵਿੱਚ ਬੜੀ ਖੜੋਤ ਆ ਚੁੱਕੀ ਹੈ। ਸਿੱਖ ਨੌਜਵਾਨ ਨਸ਼ੇ ਦੇ ਦਲਦਲ ਦੇ ਵਿੱਚ ਧੱਸ ਚੁੱਕੇ ਨੇ। ਸਾਡਾ ਸਿੱਖ ਨੌਜਵਾਨ ਗੁਰਬਾਣੀ ਤੇ ਗੁਰੂ ਘਰ ਨਾਲ ਟੁੱਟ ਚੁੱਕਾ ਹੈ। ਬਾਣੀ ਅਤੇ ਬਾਣਾ ਦੋਨੋਂ ਹੀ ਖਤਮ ਹੁੰਦੇ ਜਾ ਰਹੇ ਨੇ। ਸੋ ਸਾਨੂੰ ਤੁਸੀਂ ਗਿੱਲ ਸਾਹਿਬ ਇਹ ਵੀ ਦੱਸਣ ਦੀ ਕੋਸ਼ਿਸ਼ ਕਰੋ ਕਿ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਬੜਮੂਲਾ ਗਿਆਨ ਦਾ, ਰੂਹਾਨੀ ਗਿਆਨ ਦਾ ਖਜ਼ਾਨਾ ਹੈ। ਅਸੀਂ ਐਡੇ ਬੜਮੂਲੇ ਖਜ਼ਾਨੇ ਦੇ ਵਾਰਸ ਹੋਣ ਦੇ ਬਾਵਜੂਦ ਅੱਜ ਸਾਡੇ ਸਿੱਖ ਕੌਮ ਵਿੱਚ
ਇੰਨੀਆਂ ਬੁਰਾਈਆਂ ਦੀ ਦਲਦਲ ਕਿਉਂ ਬਣ ਚੁੱਕੀ ਆ? ਸਾਡੀ ਸਿੱਖ ਕੌਮ ਵਿੱਚ ਇੰਨੀਆਂ ਬੁਰਾਈਆਂ ਕਿਉਂ ਆ ਚੁੱਕੀਆਂ? ਸਾਡੀ ਸਿੱਖ ਕੌਮ ਵਿੱਚ ਗਿਰਾਵਟ ਦੇ ਮੂਲ ਕਾਰਨ ਤੁਹਾਡੇ ਮੁਤਾਬਕ ਕੀ ਹੋ ਸਕਦੇ ਨੇ? ਮੂਲ ਕਾਰਨ ਇਹੀ ਆ ਵੀ ਸਿੱਖ ਧਰਮ ਜਿਹਨੇ ਫੈਲਾਉਣਾ ਸੀ, ਜਿਹਨੇ ਇਹ ਗਿਆਨ ਦਾ ਗਾਹਾਂ ਪਸਾਰ ਕਰਨਾ ਸੀਗਾ, ਉਹੀ ਕਰਪਟ ਹੋ ਚੁੱਕੇ ਆ। ਗੌਰਮੈਂਟ ਕਰਪਟ ਹੋ ਚੁੱਕੀ ਆ, ਲੋਕ ਗਰੀਬ ਹੋ ਚੁੱਕੇ ਆ। ਸਭ ਤੋਂ ਵੱਡੀ ਗੱਲ ਪੜ੍ਹਾਈ ਹੈ ਨਹੀਂ, ਐਜੂਕੇਸ਼ਨ ਹੈ ਨਹੀਂ। ਜੇ ਕਿਸੇ ਵੀ ਕੌਮ ਨੇ ਜਾਂ ਕਿ ਦੇਸ਼ ਨੇ ਤਰੱਕੀ ਕਰਨੀ ਆ, ਉਹਦੇ ਕੋਲ ਐਜੂਕੇਸ਼ਨ ਹੋਣੀ ਜ਼ਰੂਰੀ ਆ। ਫਿਰ ਗੌਰਮੈਂਟਾਂ ਦਾ ਜੋ ਪ੍ਰਬੰਧ ਹੈਗਾ ਉਹ ਇੰਨਾ ਮਾੜਾ ਹੈਗਾ, ਉਹ ਚਾਹੁੰਦੀ ਹੀ ਨਹੀਂ ਕਿ ਪਬਲਿਕ ਜਿਹੜੀ ਹੈ ਉਹ ਪੜ੍ਹ ਕੇ ਸਾਨੂੰ ਕੁਝ ਸਵਾਲ ਕਰ ਸਕੇ। ਸੰਗਤ ਮਾੜੀ ਆ, ਸੰਗਤ ਜਿੱਥੇ ਵੀ ਜਿਹਦੀ ਵੀ ਸੰਗਤ ਹੋਵੇ ਉਹ ਮਾੜੀ ਮਾੜੀ ਆ। ਨਸ਼ੇ ਇੰਨੇ ਹੋ ਗਏ ਆ ਕਿ ਬੰਦਾ ਬਚ ਹੀ ਨਹੀਂ ਸਕਦਾ ਗਾ। ਇਹ ਚਾਰ ਸਫੇਰੇ ਮਾਹੌਲ ਆ ਜੋ ਇਨਸਾਨ ਦੇ ਉੱਤੇ, ਉਹ ਇੰਨਾ ਭੈੜਾ ਕਿ ਉਹਨੂੰ ਬਚਣਾ ਬਹੁਤ ਹੀ ਮੁਸ਼ਕਲ ਹੈ। ਤੁਹਾਡੇ ਮੁਤਾਬਕ ਇਹਦੇ ਮੁੱਖ ਕਾਰਨ ਕੀ ਹੋ ਸਕਦਾ ਹੈ? ਇਹ ਜਿਹੜਾ ਵਾਤਾਵਰਨ, ਜਿਹੜਾ ਮਾਹੌਲ ਸਿਰਜਿਆ ਗਿਆ ਹੈ, ਇਹ ਕਿਸ ਕਰਕੇ, ਇਹਦਾ ਮੂਲ ਕਾਰਨ, ਮੂਲ ਆਧਾਰ ਕੀ ਆ ਵੀ ਕਿਸ ਕਰਕੇ ਇਹ ਵਾਤਾਵਰਨ ਅੱਜ ਸਿਰਜਿਆ ਗਿਆ ਹੈ ਸਮਾਜ ਵਿੱਚ? ਇਹ ਵਾਤਾਵਰਨ ਮੈਂ ਤਾਂ ਇਹਦਾ ਇਹੀ ਕਾਰਨ ਸਮਝਦਾ ਕਿਉਂਕਿ ਜੋ ਸਿੱਖ ਕੌਮ ਹੈ ਇਹ ਬੜੀ ਯੋਧਾ ਕ੍ਰਾਂਤੀਕਾਰੀ ਕੌਮ ਹੈਗਾ। ਜੋ ਗੌਰਮੈਂਟਾਂ ਦਾ ਵੀ ਇਹੀ ਹੈ ਕਿ ਇਹ ਕੌਮ ਕਿਸੇ ਤਰੀਕੇ ਨਾਲ ਇਸ ਨੂੰ ਬਰਬਾਦ ਕੀਤਾ ਜਾਵੇ। ਇਹਨਾਂ ਦਾ ਜੋ ਵਿਰਸਾ ਹੈ, ਜੋ ਇਹਨਾਂ ਦਾ ਨਿਰਮਲ ਸਰੂਪ ਹੈਗਾ, ਇਹਨਾਂ ਦਾ ਜੋ ਵੱਖਰਾ ਇਹਨਾਂ ਦਾ ਰਹੁ ਰੀਤ ਹੈਗੀ ਆ, ਉਹ ਇਹਨਾਂ ਦੀ ਉਹ ਮਿਟਾਉਣੀ ਚਾਹੁੰਦੇ ਆ ਕਿ ਸਿੱਖ ਵੀ ਸਾਡੇ ਵਰਗੇ ਆਮ ਹੋ ਜਾਣ, ਤਾਂ ਕਿ ਕੱਲ੍ਹ ਨੂੰ ਕੋਈ ਸਿੱਖ ਕੌਮ ਕਰਕੇ ਕੋਈ ਕਿਸੇ ਗੌਰਮੈਂਟ ਨੂੰ ਕੋਈ ਨੁਕਸਾਨ ਨਾ ਹੋ ਜਾਵੇ। ਜਾਣੀ ਕਿ ਤੁਹਾਡੇ ਕਹਿਣ ਦਾ ਮਤਲਬ ਇਹੀ ਆ ਕਿ ਜਿਹੜਾ ਸਾਨੂੰ ਵੱਖਰੀ ਪਹਿਚਾਣ ਮਿਲੀ ਸੀ ਸਾਡੇ ਗੁਰੂ ਸਾਹਿਬਾਨਾਂ ਕਰਕੇ, ਸਾਡੇ ਗੁਰਬਾਣੀ ਕਰਕੇ, ਮਤਲਬ ਕੁਝ ਕੁ ਲੋਕ ਐਸੇ ਨੇ ਜਿਹੜੇ ਸਾਡੀ ਵੱਖਰੀ ਪਹਿਚਾਣ ਨੂੰ ਖਤਮ ਕਰਨਾ ਚਾਹੁੰਦੇ ਨੇ, ਤੇ ਜਿਸ ਕਰਕੇ ਸਾਡੇ ਪੰਜਾਬ ਵਿੱਚ ਨਸ਼ਾ ਆ ਗਿਆ, ਪੰਜਾਬ ਵਿੱਚ ਪਤਿਤਪੁਣਾ ਆ ਗਿਆ। ਪੰਜਾਬ ਦੇ ਵਿੱਚ ਜਿਹੜਾ ਸਾਡਾ ਸਿੱਖ ਨੌਜਵਾਨ ਹੈ ਉਹ ਗੁਰਬਾਣੀ ਦੇ ਨਾਲੋਂ, ਆਪਣੇ ਵਿਰਸੇ ਨਾਲੋਂ ਟੁੱਟ ਚੁੱਕਾ ਹੈ। ਚਲੋ ਇਹ ਸਾਡੇ ਨਾਲ ਵਾਪਰ ਰਹੀਆਂ ਨੇ, ਤਾਂ ਕਿ ਅਜੋਕੇ ਸਮੇਂ ਦੇ ਵਿੱਚ 2020 ਦੇ ਵਿੱਚ ਇਹ ਸਭ ਕੁਝ ਵਾਪਰ ਰਿਹਾ ਸਾਡੇ ਨਾਲ, ਤੇ ਸਾਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਸੋ ਗਿੱਲ ਸਾਹਿਬ ਨੇ ਸਾਡੇ ਨਾਲ ਆਪਣੇ ਮਨ ਦੀਆਂ, ਆਪਣੇ ਜੀਵਨ ਦੇ ਸੰਘਰਸ਼ ਦੀਆਂ ਗੱਲਾਂ ਕੀਤੀਆਂ, ਤੇ ਇਹਨਾਂ ਨੇ ਦੱਸਣਾ ਵੀ ਚਾਹਿਆ ਕਿ ਕਿਸ ਤਰ੍ਹਾਂ ਸਾਨੂੰ ਆਪਣੀ ਗੁਰਬਾਣੀ ਤੇ ਆਪਣੇ ਵਿਰਸੇ ਦੇ ਨਾਲ ਜੁੜਨਾ ਚਾਹੀਦਾ ਹੈ। ਸੋ ਆਖਰ ਦੇ ਵਿੱਚ ਮੈਂ ਇੱਕੋ ਸਵਾਲ ਗਿੱਲ ਸਾਹਿਬ ਨੂੰ ਹੋਰ ਕਰਨਾ ਚਾਹਾਂਗਾ। ਗਿੱਲ ਸਾਹਿਬ, ਤੁਸੀਂ ਸਾਨੂੰ ਦੱਸੋ ਆਪਣੇ ਜੀਵਨ ਦੇ ਐਕਸਪੀਰੀਅੰਸ ਵਿੱਚੋਂ, ਜੀਵਨ ਦੇ ਅਨੁਭਵ ਦੇ ਵਿੱਚੋਂ, ਜੀਵਨ ਦੇ ਤਜਰਬੇ ਦੇ ਵਿੱਚੋਂ, ਕਿ ਕਿਹੜੀ ਐਸੀ ਚੀਜ਼ ਹੈ, ਕਿਹੜੀ ਐਸੀ ਤਾਕਤ ਹੈ, ਜਾਂ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਪੰਜਾਬ ਦੇ ਜਾਂ ਅਸੀਂ ਆਪਣੀ ਸਿੱਖ ਕੌਮ ਨੂੰ ਇਸ ਗਿਰਾਵਟ ਵੱਲ ਜਾਣ ਤੋਂ ਬਚਾ ਸਕਦੇ ਹਾਂ? ਸਿੱਖ ਕੌਮ ਨੂੰ ਉੱਪਰ ਚੱਕਣ ਵਾਸਤੇ ਤਾਂ ਪਹਿਲਾਂ ਜੋ ਸਿੱਖ ਕੌਮ ਦਾ ਧਰਮ ਹੈ ਗੁਰੂ ਗ੍ਰੰਥ ਸਾਹਿਬ, ਉਹਨੂੰ ਅਮਲ ਕਰਕੇ ਉਹਦੇ ਤੇ ਚੱਲਣਾ ਪਏਗਾ। ਬਾਕੀ ਚੰਗੀ ਸੰਗਤ ਆ ਜਿਹੜੀ ਉਹ ਹੋਣੀ ਬਹੁਤ ਜ਼ਰੂਰੀ ਹੈ। ਮਾੜੀ ਸੰਗਤ ਤੋਂ ਅਸੀਂ ਬਚ ਸਕਦੇ ਹਾਂ। ਇਕੱਲਾ ਗੌਰਮੈਂਟਾਂ ਦਾ ਕਸੂਰ ਨਹੀਂ ਕਹਿ ਸਕਦੇ, ਸਾਡਾ ਵੀ ਕਸੂਰ ਹੈਗਾ। ਅਸੀਂ ਕਿਉਂਕਿ ਅਨਪੜ੍ਹ ਹੋਣ ਕਰਕੇ, ਸਾਨੂੰ ਗਿਆਨ ਨਾ ਹੋਣ ਕਰਕੇ, ਅਸੀਂ ਆਮ ਲੋਕ, ਆਮ ਜਨਤਾ ਵੀ ਇਹਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਕਿਉਂਕਿ ਅੱਜ ਕੱਲ੍ਹ ਜਿਵੇਂ ਮੋਬਾਈਲ ਸਰਵਿਸਿਜ਼ ਹੈਗੀਆਂ, ਗੁਰੂ ਗ੍ਰੰਥ ਸਾਹਿਬ ਦੇ ਗਿਆਨ ਬਾਰੇ ਬਹੁਤ ਅੱਛੇ ਕਥਾਵਾਚਕ ਵੀ ਹੈਗੇ ਆ, ਜਿਹੜੇ ਕਿ ਮਾਇਆ ਦਾ ਖਿਆਲ ਨਹੀਂ ਰੱਖਦੇ, ਮਾਇਆਧਾਰੀ ਨਹੀਂ ਹੈਗੇ, ਸਿਰਫ ਉਹ ਅਸਲੀ ਨਿਰਮੋਲ ਗੁਰਬਾਣੀ ਨਾਲ ਜੁੜੇ ਹੋਏ ਆ। ਅਗਰ ਅਸੀਂ ਉਹ ਸੁਣੀਏ ਤਾਂ ਅਸੀਂ ਉਹਦੇ ਤੋਂ ਬਹੁਤ ਹੀ ਫਾਇਦਾ ਉਠਾ ਸਕਦੇ ਹਾਂ। ਲੇਕਿਨ ਆਮ ਦੇਖਿਆ ਗਿਆ ਹੈ ਕਿ ਸਾਡੇ ਜਿਹੜੇ ਪ੍ਰਚਾਰਕ ਵੀ ਹੈਗੇ ਆ, ਉਹ ਵੀ ਸਾਰੇ ਮਾਇਆਧਾਰੀ ਹੈ। ਬਾਣੀ ਵਿੱਚ ਤਾਂ ਲਿਖਿਆ ਹੈ, ਤ੍ਰਿਗਤਨਾ ਕਾ ਜੀਵਿਆ ਜੋ ਲਿਖ ਲਿਖ ਵੇਚੇ ਨਾਓ, ਆਪ ਨਾ ਕਰੇ ਅਵਰ ਉਪਦੇਸੇ ਆਪ ਨਾ ਕਰੇ। ਆਪ ਉਹ ਮਾਇਆ ਦੇ ਪਿੱਛੇ ਲੱਗੇ ਆ ਔਰ ਦੂਸਰਿਆਂ ਨੂੰ ਉਹ ਉਪਦੇਸ਼ ਦਿੰਦੇ ਆ,
ਔਰ ਦੂਸਰੀ ਗੱਲ ਇਹ ਵੀ ਆ, ਸਾਡੇ ਜਿਹੜੇ ਪ੍ਰਚਾਰਕ ਕਥਾਵਾਚਕ ਵੀ ਆ, ਉਹ ਇਤਿਹਾਸ ਹੀ ਸੁਣਾਉਂਦੇ ਆ, ਗੁਰਬਾਣੀ ਦੇ ਗਿਆਨ ਬਾਰੇ ਨਾ ਉਹਨਾਂ ਨੂੰ ਆਪ ਨੂੰ ਗਿਆਨ ਆ, ਨਾ ਉਹ ਗਾਹਾਂ ਦੱਸਦੇ ਆ। ਉਹ ਰੌਚਕ ਜਿਹਾ ਬਣਾ ਕੇ ਇਤਿਹਾਸ ਨੂੰ ਦੱਸਦੇ ਆ, ਔਰ ਸਾਡੀਆਂ ਸੰਗਤਾਂ ਵੀ ਬਸ ਉਹੀ ਸੁਣਨਾ ਚਾਹੁੰਦੀਆਂ। ਜੇ ਗੁਰਬਾਣੀ ਦੇ ਡੂੰਘੇ ਅਰਥ ਕਿਸੇ ਨੂੰ ਦੱਸੇ ਵੀ ਜਾਣ ਤਾਂ ਉਹ ਉਹਦੇ ਗਾਹਕ ਨਹੀਂ ਹੈਗੇ। ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਬਕਾਏ। ਇਹ ਗੁਰਬਾਣੀ ਦਾ ਗਾਹਕ ਹੀ ਨਹੀਂ ਹੈਗਾ। ਪਹਿਲਾਂ ਤਾਂ ਗਾਹਕ ਪੈਦਾ ਕਰਨੇ ਪੈਣੇ ਆ ਸਾਨੂੰ। ਸੰਸਥਾਵਾਂ ਗੁਰਦੁਆਰੇ ਸਾਡੇ ਕੋਲ ਹੈਗੇ ਆ, ਇਹਦੇ ਵਿੱਚ ਹੀ ਅਗਰ ਸਾਨੂੰ ਅੱਛੇ ਪੜ੍ਹੇ ਲਿਖੇ ਜੀਵਨ ਵਾਲੇ ਗ੍ਰੰਥੀ ਅਸੀਂ ਰੱਖੀਏ, ਔਰ ਉਹ ਕਥਾ ਕੀਰਤਨ ਗੁਰਬਾਣੀ ਵਿਚਾਰ ਬੱਚਿਆਂ ਤੋਂ ਸਾਨੂੰ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਜਿਹੜੀ ਤਾਂ ਹੁਣ ਐਡਵਾਂਸ ਏਜ ਵਿੱਚ ਆ ਗਏ ਉਹ ਸਿੱਖਣਾ ਬਹੁਤ ਔਖਾ ਹੈ। ਸਾਨੂੰ ਜੋ ਆਉਣ ਵਾਲੀ ਪੀੜ੍ਹੀ ਹੈ ਸਾਨੂੰ ਉਹਦੇ 'ਤੇ ਸਾਰਾ ਜ਼ੋਰ ਦੇ ਕੇ ਉਹਨਾਂ ਦਾ ਜੀਵਨ ਬਣਾਉਣਾ ਚਾਹੀਦਾ, ਉਹਨਾਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਤਾਂ ਕਿ ਸਾਡੀ ਕੌਮ ਬਚੀ ਰਹਿ ਸਕੇ। ਹਾਂਜੀ ਹਾਂਜੀ। ਤੇ ਹੁਣ ਸਿਰਫ ਅਸੀਂ ਚਾਹੁੰਦੇ ਹਾਂ ਕਿ ਸਿਰਫ 2 ਲਾਈਨਾਂ ਦੇ ਵਿੱਚ ਤੁਸੀਂ ਸਾਡੀ ਸਿੱਖ ਕੌਮ ਨੂੰ, ਸਾਡੇ ਪੰਜਾਬ ਦੇ ਸਮਾਜ ਨੂੰ ਕੀ ਸੰਦੇਸ਼ਾਂ ਦੇਣਾ ਚਾਹੁੰਦੇ ਹੋ? ਸਿਰਫ 2 ਲਾਈਨਾਂ ਦੇ ਵਿੱਚ ਦੱਸਿਓ ਤੁਸੀਂ ਵੀ ਤੁਸੀਂ ਆਪਣੇ ਅਨੁਭਵ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ, ਜਿਹਦੇ ਨਾਲ ਅਸੀਂ ਆਪਣੇ ਸਮਾਜ ਨੂੰ ਬਿਹਤਰ ਬਣਾ ਸਕੀਏ। ਸਿੱਖ ਕੌਮ ਵਾਸਤੇ ਇਹੀ ਆ ਕਿ ਥੋੜ੍ਹਾ ਜਿਹਾ ਵਿਚਾਰੋ, ਸੁਣੋ। ਜਿਹੜੇ ਪੜ੍ਹੇ ਲਿਖੇ ਬੰਦੇ ਆ ਸਿੱਖ ਕੌਮ ਨਾਲ ਜੁੜੇ ਆ, ਉਹਨਾਂ ਦੀ ਗੱਲ ਸੁਣੋ। ਵੈਸੇ ਤਾਂ ਸਭ ਤੋਂ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ, ਪੰਜਾਬੀ ਸੌਖੀ ਆ, ਉਸ ਨੂੰ ਪੜ੍ਹੋ, ਕਿਉਂਕਿ ਜੋ ਅੱਜ ਕੱਲ੍ਹ ਸਿੱਖ ਕੌਮ 'ਚ ਹੋ ਰਿਹਾ ਹੈ ਉਹ ਸਾਰਾ ਕੁਝ ਜਿਸ ਕੰਮ ਤੋਂ ਰੋਕਿਆ ਸੀ ਉਹੀ ਕੁਝ ਹੋ ਰਿਹਾ, ਸਾਰਾ ਹੀ ਕੁਝ ਪਖੰਡਵਾਦ ਹੋ ਰਿਹਾ। ਗੁਰਦੁਆਰੇ ਵੀ ਮੱਥਾ ਟੇਕਦੇ ਆ, ਗਾਤਰੇ ਪਾਏ ਹੋਏ ਆ, ਫਿਰ ਜਾ ਕੇ ਡੇਰੇ ਵੀ ਟੇਕਦੇ ਆ, ਫਿਰ ਮਟੀਆਂ 'ਤੇ ਵੀ ਟੇਕਦੇ ਆ। ਇਸ ਤਰ੍ਹਾਂ ਤਾਂ ਸਿੱਖ ਕੌਮ ਦਾ ਕੋਈ ਨਹੀਂ, ਕੁਛ ਨਹੀਂ ਸੁਧਾਰ ਹੈ। ਮਿਹਨਤ ਕਰਨੀ ਪਊਗੀ, ਹਿੰਮਤ ਕਰਨੀ ਪਊਗੀ, ਐਸੀ ਕੋਈ ਗੱਲ ਨਹੀਂ। ਐਨਰਜੀ ਹੈਗੀ ਆ, ਅਕਲ ਵੀ ਹੈਗੀ ਆ, ਤਾਕਤ ਵੀ ਹੈਗੀ ਆ, ਸੋਰਸਸ ਵੀ ਹੈਗੇ ਆ, ਲੇਕਿਨ ਇੱਧਰ ਜ਼ਰੂਰ ਸਾਰਿਆਂ ਨੂੰ ਜ਼ਿੰਮੇਵਾਰੀ ਆ ਸਾਰੀ ਸਿੱਖ ਕੌਮ ਦੀ। ਸਾਨੂੰ ਹੋਰ ਨਹੀਂ ਕਿਸੇ ਨੇ ਆ ਕੇ ਸੁਧਾਰਨਾ, ਸਾਨੂੰ ਆਪਣੇ ਆਪ ਹੀ ਵਿਚਾਰ ਕੇ ਆਪਣੇ ਆਪ ਹੀ ਉੱਠਣਾ ਪਊਗਾ। ਹਾਂਜੀ, ਸੋ ਸਾਡੇ ਵੱਲੋਂ DTV ਪੰਜਾਬੀ ਵੱਲੋਂ ਗੁਰਚਰਨ ਸਿੰਘ ਗਿੱਲ ਜੀ ਦਾ ਬਹੁਤ-ਬਹੁਤ ਧੰਨਵਾਦ, ਜਿਹੜਾ ਇਹਨਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਸੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਸੋ ਜਿਹੜੀ ਗੱਲ ਅੱਜ ਗਿੱਲ ਸਾਹਿਬ ਨੇ ਆਪਣੀ ਇਸ ਮੁਲਾਕਾਤ ਵਿੱਚ ਦੱਸੀ ਹੈ, ਸਾਡੇ 'ਚ ਹਮੇਸ਼ਾ ਤੋਂ ਹੀ ਇੱਕ ਕਮੀ ਰਹੀ ਆ, ਕਮਜ਼ੋਰੀ ਰਹੀ ਆ ਕਿ ਅਸੀਂ ਸਰਕਾਰਾਂ ਨੂੰ ਜਾਂ ਦੂਜਿਆਂ ਨੂੰ ਦੋਸ਼ੀ ਬਣਾ ਦਿੰਦੇ ਆ। ਸਰਕਾਰ ਸਾਡੇ ਪਿੰਡ ਵਿੱਚ ਠੇਕੇ ਖੋਲ੍ਹ ਸਕਦੀ ਹੈ, ਪਰ ਸਰਕਾਰ ਕਿਸੇ ਨੂੰ ਧੱਕੇ ਨਾਲ ਇਹ ਨਹੀਂ ਜਾ ਕੇ ਕਹਿੰਦੀ ਕਿ ਤੁਸੀਂ ਉਸ ਠੇਕੇ 'ਚੋਂ ਸ਼ਰਾਬ ਦੀ ਬੋਤਲ ਖਰੀਦ ਕੇ ਪੀਓ। ਕਹਿਣ ਦਾ ਮਤਲਬ, ਜਦੋਂ ਤੱਕ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਖੁਦ ਸੁਚੇਤ ਹੋ ਕੇ ਉਹਨਾਂ ਨੂੰ 100% ਦਿਲੋਂ ਨਹੀਂ ਕਰਦੇ, ਉਦੋਂ ਤੱਕ ਅਸੀਂ ਸਮਾਜ ਨੂੰ, ਆਪਣੀ ਕੌਮ ਨੂੰ, ਦੇਸ਼ ਨੂੰ ਜਾਂ ਸੰਸਾਰ ਨੂੰ ਬਿਹਤਰ ਨਹੀਂ ਬਣਾ ਸਕਦੇ। ਸੋ ਅਸੀਂ ਵੀ ਸੁਣਦੇ ਹਾਂ ਵੀ ਗਾਏ ਸੁਨੇ ਆਖੇ ਮੀਚ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਏ। ਜਦੋਂ ਤੱਕ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪਾਵਨ ਹੁਕਮਾਂ ਨੂੰ ਅਸੀਂ ਕਮਾ ਕੇ ਜੀਵਨ ਨੂੰ ਗੁਰਬਾਣੀ ਵਰਗਾ ਨਹੀਂ ਬਣਾਉਂਦੇ, ਉਦੋਂ ਤੱਕ ਸਾਡਾ ਪੰਜਾਬ, ਸਾਡੀ ਸਿੱਖ ਕੌਮ, ਸਾਡਾ ਸਿੱਖ ਨੌਜਵਾਨ ਕਦੇ ਵੀ ਬੁਰਾਈਆਂ ਦੀ ਦਲਦਲ ਦੇ ਵਿੱਚੋਂ ਨਹੀਂ ਨਿਕਲ ਸਕਦਾ। ਸੋ ਅੱਜ ਇਹ ਸਾਡਾ ਪਹਿਲਾ ਲੜੀਵਾਰ ਸੀ ਬਈਏ ਪੜਿਆ ਪਾਸ, ਜਿਹਦੇ ਵਿੱਚ ਗੁਰਚਰਨ ਸਿੰਘ ਗਿੱਲ ਜੀ ਨੇ ਆਪਣੀ ਹਾਜ਼ਰੀ ਭਰੀ ਹੈ, ਆਪਣੇ ਜੀਵਨ ਦੇ ਅਨੁਭਵ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ। ਸੋ ਸਾਡੇ ਵੱਲੋਂ, ਤੈਵਰ ਸਿੰਘ ਰਾਜੋਆਣਾ ਵੱਲੋਂ, ਕੈਮਰਾਮੈਨ ਅਮਰਜੀਤ ਸਿੰਘ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ।